ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਟੀਵੀ ਐਨਆਰਆਈ ਤੇ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੁਪਰੀਮ ਕੋਰਟ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਗਰਭਪਾਤ ਅਧਿਕਾਰ ਨੂੰ ਲੈ ਕੇ ਫੈਸਲਾ ਲਿਆ ਗਿਆ ਕਿ ਜੋ ਗਰਭਵਤ ਮਹਿਲਾਵਾਂ ਨੇ ਉਹਨਾਂ ਨੂੰ ਵੀ ਹੁਣ ਅਧਿਕਾਰ ਹੈ ਕਿ ਉਹ ਗਰਭਪਾਤ ਕਰਵਾ ਸਕਦੀਆਂ ਨੇ। 20 ਤੋਂ 24 ਹਫ਼ਤਿਆਂ ਦਾ ਉਹਨਾਂ ਨੂੰ ਸਮੇਂ ਦਿੱਤਾ ਗਿਆ ਹੈ। ਇਸ ਸਮੇਂ ਦੇ ਵਿੱਚ ਉਹ ਆਪਣਾ ਗਰਭਪਾਤ ਕਰਵਾ ਸਕਦੀਆਂ ਨੇ। ਇਸ ਖਬਰ ਦੇ ਉੱਤੇ ਜਿਹੜੀ ਹੈ ਅਹਿਮ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਨਿਊਜ਼ ਰੂਮ ਦੇ ਵਿੱਚ ਮੌਜੂਦ ਨੇ। ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਤੇ ਪੁੱਛਦੇ ਆ ਕਿ ਉਹਨਾਂ ਦੀ ਇਸ ਬਾਰੇ ਕੀ ਰਾਏ ਹੈ। ਜੀ ਸੈਵੀ, ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੀ ਮੈਨੂੰ ਲੱਗਦਾ ਬਿਲਕੁਲ ਸਹੀ ਕੀਤਾ ਸੁਪਰੀਮ ਕੋਰਟ ਨੇ ਜੋ ਵੀ ਫੈਸਲਾ ਲਿੱਤਾ ਔਰਤਾਂ ਦੇ ਹੱਕ ਦੇ ਵਿੱਚ ਲਿੱਤਾ। ਔਰ ਹੁਣ ਆਖਿਰਕਾਰ ਉਹਨਾਂ ਨੇ ਔਰਤਾਂ ਬਾਰੇ ਕੁਝ ਸੋਚਿਆ ਤਾਂ ਹੈ ਕਿ ਉਹਨਾਂ ਨੂੰ ਵੀ ਕੋਈ ਹੱਕ ਹੈ ਆਪਣੀ ਮਰਜ਼ੀ ਕਰਨ ਦਾ। ਉਹਨਾਂ ਨੇ ਜੋ ਵੀ ਫੈਸਲਾ ਲਿੱਤਾ ਬਹੁਤ ਵਧੀਆ ਕੀਤਾ। ਜਿੱਥੇ ਕਿ ਸਾਡੇ ਦੇਸ਼ ਦੇ ਵਿੱਚ ਕਈ ਔਰਤਾਂ ਨੂੰ ਇਹ ਹੱਕ ਹੀ ਨਹੀਂ ਹੈ ਕਿ ਆਪਣੀ ਮਰਜ਼ੀ ਨਾਲ ਕੁਝ ਕਰ ਪਾਉਣ। ਉਹਨਾਂ ਲਈ ਅੱਗੇ ਬਹੁਤ ਸਾਰੇ ਫੈਸਲੇ ਆ ਜਾਂਦੇ ਨੇ, ਪਰਿਵਾਰ ਵਿੱਚ ਆ ਜਾਂਦਾ, ਇੱਦਾਂ ਨਹੀਂ ਕਰਨਾ ਉਹ ਕਰਨਾ, ਮਤਲਬ ਕਾਫੀ ਕੁਝ ਹੋ ਜਾਂਦਾ ਅਤੇ ਉਹ ਆਪਣੇ ਬਾਰੇ ਸੋਚ ਨਹੀਂ ਪਾਉਂਦੀਆਂ। ਉਹਨਾਂ ਦੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਇੱਛਾਵਾਂ ਹੁੰਦੀਆਂ ਜਿਹਨਾਂ ਉਹ ਪੂਰਾ ਹੀ ਨਹੀਂ ਕਰ ਸਕਦੀਆਂ। ਪਰ ਹੁਣ ਜਿਹੜੇ ਕਿ ਫੈਸਲੇ ਲਿੱਤੇ ਜਾ ਰਹੇ ਆ ਸੁਪਰੀਮ ਕੋਰਟ ਵੱਲੋਂ ਕਿ ਉਹ ਕੁਝ ਵੀ ਕਰ ਸਕਦੀਆਂ। ਅਗਰ ਉਹ ਕੱਲ੍ਹ ਨੂੰ ਪ੍ਰੈਗਨੈਂਟ ਹੋ ਜਾਂਦੀਆਂ, ਬੱਚਾ ਨਹੀਂ ਰੱਖਣਾ ਚਾਹੁੰਦੀਆਂ ਤਾਂ ਉਹਨੂੰ ਅਬੋਰਟ ਕਰ ਸਕਦੀਆਂ। ਠੀਕ ਹੈ, ਉਹਨਾਂ ਦਾ ਮਰਜ਼ੀ ਹੈ, ਇਹ ਕਰਨਾ ਹੋਣਾ ਚਾਹੀਦਾ ਵਾ। ਹੁਣ ਆਪਣੀ ਮਰਜ਼ੀ ਦੇ ਨਾਲ ਉਹ ਕੁਝ ਵੀ ਕਰ ਸਕਦੀਆਂ ਵਾ। ਸਾਡੇ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਕਿ 18 ਸਾਲ ਤੋਂ ਬਾਅਦ ਕੁੜੀ ਕੁਝ ਵੀ ਕਰ ਸਕਦੀ ਹੈ, ਆਪਣੇ ਫੈਸਲੇ ਲੈ ਸਕਦੀ ਹੈ। ਲੇਕਿਨ ਮੈਨੂੰ ਲੱਗਦਾ ਕਿ ਹਜੇ ਵੀ ਦੇਸ਼ ਦੇ ਵਿੱਚ ਇੱਦਾਂ ਕੁਝ ਹੁੰਦਾ ਨਹੀਂ ਹੈ। ਕੁੜੀਆਂ ਬਹੁਤ ਕੁਝ ਸੋਚਦੀਆਂ ਹੈ ਕਰਨ ਨੂੰ, ਲੇਕਿਨ ਉਹ ਕਰ ਨਹੀਂ ਪਾਉਂਦੀਆਂ ਕਿਉਂਕਿ ਉਹਨਾਂ ਦੇ ਅੱਗੇ ਬਹੁਤ ਜ਼ਿਆਦਾ ਰਿਸਪੌਂਸਿਬਿਲਿਟੀ ਆ ਜਾਂਦੀ ਹੈ, ਫੈਮਿਲੀ ਦੀ ਆ ਜਾਂਦੀ ਹੈ ਅਤੇ ਆਪਣੀ ਇੱਛਾ ਨੂੰ ਉਹਨਾਂ ਨੂੰ ਮਾਰਨਾ ਪੈਂਦਾ। ਅਤੇ ਹੁਣ ਸੁਪਰੀਮ ਕੋਰਟ ਜਿਹੜਾ ਕਿ ਦੇਖ ਰਹੀ ਹੈ ਕਿ ਔਰਤਾਂ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਅਤੇ ਹੁਣ ਉਹਨਾਂ ਬਾਰੇ ਵੀ ਫੈਸਲਾ ਲਿੱਤਾ ਜਾ ਰਿਹਾ ਅਤੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੀ ਵਧੀਆ ਹੈ। ਮਤਲਬ ਤੁਸੀਂ ਇਸ ਚੀਜ਼ ਨੂੰ ਪੋਜ਼ਿਟਿਵ ਮੰਨਦੇ ਹੋ? ਬਿਲਕੁਲ ਅੱਛੀ। ਪਰ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਹੜਾ ਗਰਭਪਾਤ ਦਾ ਸਮੇਂ ਉਹਨਾਂ ਨੇ ਦਿੱਤਾ ਹੈ ਉਹ 20 ਤੋਂ 24 ਹਫ਼ਤਿਆਂ ਦੇ ਦਿੱਤਾ ਹੈ। ਜੇ ਆਪਾਂ ਦੇਖਿਆ ਜਾਏ ਤਾਂ ਉਹ ਸਮਾਂ ਜਿਹੜਾ ਬਣਦਾ ਹੈ ਕੁੱਲ ਮਿਲਾ ਕੇ 5 ਤੋਂ 6 ਮਹੀਨੇ ਦਾ। ਤੁਹਾਨੂੰ ਨਹੀਂ ਲੱਗਦਾ ਇਹ ਉਹਨਾਂ ਦੀ ਹੈਲਥ 'ਤੇ ਇਫੈਕਟ ਪਵੇਗਾ? ਇਹ ਤਾਂ ਸਿਰਫ ਡਾਕਟਰ ਹੀ ਦੱਸ ਸਕਦੇ ਹੋ। ਅਗਰ ਉਹਨਾਂ ਨੂੰ ਬੱਚਾ ਅਬੋਰਟ ਕਰਨਾ ਹੈ ਉਹ ਡਾਕਟਰ ਦੀ ਸਲਾਹ ਦੇ ਨਾਲ ਕਰ ਸਕਦੇ ਆ, ਚਾਹੇ ਉਹ 20-25 ਦਿਨਾਂ ਤੋਂ ਪਹਿਲਾਂ ਕਰਨ ਜਾਂ ਬਾਅਦ ਵਿੱਚ ਕਰਨ। ਇਹ ਡਾਕਟਰ ਦੀ ਸਲਾਹ ਦੇ ਨਾਲ ਹੀ ਕਰਨਾ ਚਾਹੀਦਾ ਹੈ। ਜੀ ਠੀਕ ਹੈ। ਰਿੰਪੀ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਤੁਹਾਡੀ ਕੀ ਰਾਏ ਹੈ? ਮੈਂ ਇਸ ਫੈਸਲੇ ਨਾਲ ਕਾਫੀ ਸਹਿਮਤ ਹਾਂ ਕਿਉਂਕਿ ਕਈ ਔਰਤਾਂ ਹੁੰਦੀਆਂ ਜਿਹਨਾਂ ਨੂੰ ਅਣਚਾਹਾ ਜਿਹੜਾ ਗਰਭ ਧਾਰਨ ਹੋ ਜਾਂਦਾ, ਜਿਹਦੇ ਤਹਿਤ ਉਹਨਾਂ ਨੂੰ ਕੋਈ ਮਤਲਬ ਹੁੰਦਾ ਨਹੀਂ ਕਿ ਉਹ ਰੱਖ ਲੈਣ, ਪਰ ਫਿਰ ਵੀ ਉਹਨਾਂ ਨੂੰ ਜੰਮਣਾ ਪੈਂਦਾ। ਜਿਹਦੇ ਕਰਕੇ ਇਹ ਫੈਸਲਾ ਉਹਨਾਂ ਲਈ ਸਹੀ ਹੈ ਕਿ ਅਗਰ ਉਹ ਨਹੀਂ ਰੱਖਣਾ ਚਾਹੁੰਦੀਆਂ ਤਾਂ ਇਸ ਐਕਟ ਦੇ ਤਹਿਤ ਉਹ ਗਰਭਪਾਤ ਕਰਵਾ ਸਕਦੀਆਂ ਨੇ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਔਰਤਾਂ ਬੱਚਾ ਜੰਮ ਕੇ ਸਿੱਟ ਦਿੰਦੀਆਂ ਕੂੜੇ ਦੇ ਵਿੱਚ ਜਾਂ ਕੁੱਤੇ ਦੇ ਸਾਹਮਣੇ ਪਾ ਦਿੰਦੀਆਂ। ਇਸ ਕਰਕੇ ਮੇਰੇ ਅਕੋਰਡਿੰਗ ਤਾਂ ਇਹ ਅਧਿਕਾਰ ਬਿਲਕੁਲ ਸਹੀ ਹੈ। ਸੁਪਰੀਮ ਕੋਰਟ ਨੇ ਜਿਹੜਾ ਇਹ ਫੈਸਲਾ ਲਿੱਤਾ ਹੈ ਉਹ ਇਹ ਫੈਸਲਾ ਹੈ ਕਿ ਇੱਕ ਦਿੱਲੀ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ। 24 ਤੋਂ 25 ਸਾਲ ਦੀ ਉਹਨਾਂ ਦੀ ਉਮਰ ਸੀਗੀ ਅਤੇ ਉਹਨਾਂ ਨੇ ਇਹ ਫੈਸਲਾ ਉੱਥੇ ਪਟੀਸ਼ਨ ਪਾਈ ਸੀਗੀ ਕਿ ਜਿਹੜਾ ਉਹ ਗਰਭਪਾਤ ਆਪਣਾ ਨਹੀਂ ਮਤਲਬ ਕਿ ਨਹੀਂ ਰੱਖਣਾ ਚਾਹੁੰਦੀ ਬੱਚਾ, ਅਤੇ ਪਰ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਉਹਨਾਂ ਦਾ ਨਕਾਰ ਦਿੱਤਾ ਗਿਆ ਸੀ ਕਿਉਂਕਿ ਉਹ ਅਣਵਿਆਹੀ ਸੀਗੀ। ਅਤੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਿ ਜਿਵੇਂ ਹੁਣ ਇਹ ਫੈਸਲਾ ਤਾਂ ਲੈ ਲਿਆ ਗਿਆ, ਜੇ ਅੱਗੋਂ ਦੇਖਿਆ ਜਾਏ ਤਾਂ ਕੀ ਇਸ 'ਤੇ ਕੇਸ ਨਹੀਂ ਵਧੂਗੇ? ਮੇਰੇ ਅਕੋਰਡਿੰਗ ਤਾਂ ਇਹ ਅਧਿਕਾਰ ਇਸ ਕਰਕੇ ਦਿੱਤਾ ਕਿਉਂਕਿ ਵਿਆਹਿਤਾ ਅਤੇ ਕੁਆਰੀ ਦੇ ਵਿੱਚ ਕੋਈ ਫਰਕ ਨਹੀਂ ਹੁਣ ਰੱਖਿਆ ਗਿਆ, ਜਿਹਦੇ ਤਹਿਤ ਇਹ ਅਧਿਕਾਰ ਜਿਹੜਾ ਦਿੱਤਾ ਗਿਆ ਕੁਆਰੀਆਂ ਨੂੰ ਵੀ ਹੁਣ। ਅਤੇ ਮੇਰੇ ਅਕੋਰਡਿੰਗ ਤਾਂ ਇਹ ਅਧਿਕਾਰ ਬਿਲਕੁਲ ਸਹੀ ਹੈ। ਅਨੂ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਮੈਂ ਤਾਂ ਦੋਨੋਂ ਪਾਸਿਆਂ ਦੀ ਗੱਲ ਕਰੂੰਗੀ। ਇੱਕ ਤਰ੍ਹਾਂ ਦਾ ਇਹ ਪੋਜ਼ੀਟਿਵ ਵੀ ਹੈਗਾ ਵਾ ਕਿਉਂਕਿ ਜਿਹੜੀ ਹੁਣ ਔਰਤਾਂ ਨੂੰ ਉਹਨਾਂ ਦੇ ਹੱਕ ਮਿਲ ਗਿਆ ਅਤੇ ਉਹ ਅਗਰ ਦੇਖਭਾਲ ਨਹੀਂ ਕਰ ਸਕਦੀਆਂ ਬੱਚੇ ਦੀ ਅਤੇ ਉਹ ਆਪਣੇ ਮਰਜ਼ੀ ਦੇ ਨਾਲ ਉਹਨੂੰ ਗਿਰਾ ਸਕਦੇ ਬੱਚੇ ਨੂੰ। ਲੇਕਿਨ ਦੂਸਰਾ ਇਹ ਨੈਗੇਟਿਵ ਵੀ ਆ ਕਿਉਂਕਿ ਹੁਣ ਇਹ ਸਾਰਾ ਕੁਝ ਨੌਜਵਾਨਾਂ ਦੇ ਹੱਥ ਵਿੱਚ ਆ, ਉਹ ਆਪਣੀ ਲਾਈਫ ਨੂੰ ਕਿੱਦਾਂ ਅੱਗੇ ਵਧਾਉਂਦੇ ਆ ਅਤੇ ਉਹਨਾਂ 'ਤੇ ਹੁਣ ਰਿਸਪੋਂਸੀਬਿਲਿਟੀ ਆ ਗਈ ਹੈ ਬਹੁਤ ਵੱਡੀ ਕਿ ਉਹ ਦੇਸ਼ ਨੂੰ ਆਪਣਾ ਅੱਗੇ ਵਧਾਉਣਾ ਚਾਹੁੰਦੇ ਆ ਅਤੇ ਉਹ ਕੰਟਰੋਲ ਕਰਨ ਆਪਣੇ 'ਤੇ ਜਾਂ ਜੋ ਵੀ ਇੱਦਾਂ ਦੀ ਚੀਜ਼ ਹੁੰਦੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਹੋਰ ਵੀ ਮੌਜੂਦ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਸ਼ੇਰਗਿਲ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਲਿੱਤਾ ਗਿਆ? ਜੀ ਬਿਲਕੁਲ, ਫੈਸਲੇ ਦੀ ਜੇਕਰ ਗੱਲ ਕਰੀਏ ਤਾਂ ਫੈਸਲਾ ਬਕਾਇਦਾ ਤੌਰ ਤਰੀਕਿਆਂ ਦੇ ਨਾਲ ਸਾਡੀ ਘੋਖ ਪੜਤਾਲ ਕਰਕੇ ਫੈਸਲਾ ਜਿਹੜਾ ਦਿੱਤਾ ਗਿਆ ਹੈ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ। ਪਰ ਦੂਸਰੇ ਪਾਸੇ ਜਿਵੇਂ ਕਿ ਸਾਡੇ ਸਹਿਯੋਗੀਆਂ ਨੇ ਦੱਸਿਆ ਹੈ ਕਿ ਇਹ ਚੀਜ਼ ਨੂੰ ਕਿਉਂਕਿ ਫੈਸਲੇ ਬਹੁਤ ਸਾਰੇ ਪਹਿਲਾਂ ਵੀ ਅਦਾਲਤਾਂ ਦੇ ਵੱਲੋਂ ਲਏ ਜਾਂਦੇ ਨੇ, ਪਰ ਜ਼ਮੀਨੀ ਪੱਧਰ ਦੇ ਉੱਤੇ ਆ ਕੇ ਉਹ ਸੱਚਾਈਆਂ ਕਿਵੇਂ ਦੀਆਂ ਬਿਆਨ ਹੁੰਦੀਆਂ ਨੇ ਮੂਹਰੇ, ਉਹਦੇ ਵੀ ਅਸੀਂ ਭਲੀ ਭਾਂਤੀ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਕਰਦੇ ਹਾਂ। ਪਰ ਇਹ ਸਾਰੀ ਜਿਹੜੀ ਚੀਜ਼ ਹੈ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਵੇਖੀਏ ਤਾਂ ਫੈਸਲਾ ਬਹੁਤ ਉਮਦਾ ਹੈ ਲੋਕਾਂ ਨੂੰ, ਜਾਂ ਫਿਰ ਜਿਹੜੇ ਇਸ ਚੀਜ਼ ਦੇ ਨਾਲ ਜੂਝਦੇ ਨੇ, ਜਿਨ੍ਹਾਂ ਦੇ ਵੱਲੋਂ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ। ਜੋ ਵੀ ਸਮਾਜ ਦੇ ਵਿੱਚ ਆਸੇ-ਪਾਸੇ ਵੇਖਣ ਨੂੰ ਮਿਲਦਾ ਬਹੁਤ ਸਾਰੀਆਂ ਖਬਰਾਂ ਉਹਦੇ ਵਿੱਚ, ਭਾਵੇਂ ਰੇਪ ਹੋਵੇ ਜਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਕੁੜੀਆਂ ਦੇ ਨਾਲ ਇੱਦਾਂ ਹੋ ਜਾਂਦੀਆਂ ਨੇ ਜਿੱਥੇ ਉਹ ਆਪਣੇ ਆਪ ਨੂੰ ਨਾ ਉਸ ਪੱਖ ਦੇ ਵਿੱਚ ਰੱਖ ਸਕਦੀਆਂ ਅਤੇ ਨਾ ਹੀ ਘਰਦਿਆਂ ਦੇ ਸਾਹਮਣੇ ਉਹ ਗੱਲ ਰੱਖ ਸਕਦੀਆਂ ਨੇ। ਅਤੇ ਹੁਣ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਹੋ ਸਕਦਾ। ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਦੂਸਰੇ ਪੱਖ ਦੀ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਸ਼ਾਇਦ ਇਸ ਚੀਜ਼ ਦਾ ਨਾਜਾਇਜ਼ ਫਾਇਦਾ ਵੀ ਚੁੱਕਿਆ ਜਾਵੇ। ਹਾਲਾਂਕਿ ਬਹੁਤ ਉਮਦਾ ਤਰੀਕੇ ਦੇ ਨਾਲ ਮਾਣਯੋਗ ਅਦਾਲਤ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ ਅਤੇ ਸਾਨੂੰ
ਸ਼ਲਾਘਾ ਕਰਨੀ ਬਣਦੀ ਹੈ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਦੇ ਨਾਲ ਜੁੜੀਆਂ ਜਿਹੜੀਆਂ ਜਾਣਕਾਰੀਆਂ ਨੇ ਹੋਰ ਲੋਕਾਂ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਸਕਣ ਤੇ ਲੋਕ ਸਮਝ ਸਕਣ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਲੈਣਾ ਜਾਂ ਫਿਰ ਇਹ ਜ਼ਮੀਨੀ ਪੱਧਰ ਦੇ ਉੱਤੇ ਕਿੰਨੀਆਂ ਕੁ ਸੱਚ ਸਾਬਿਤ ਹੁੰਦੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਜੇ ਅਸੀਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਤੇ ਦੇਖਦੇ ਹਾਂ ਕਿ ਅੱਜ ਕੱਲ੍ਹ ਰੇਪ ਕੇਸਿਸ ਵੀ ਬਹੁਤ ਵੱਧ ਰਹੇ ਆ ਤੇ ਕੁੜੀਆਂ ਆਪਣੇ ਆਪ ਨੂੰ ਸੇਫ ਨਹੀਂ ਸਮਝਦੀਆਂ ਤੇ ਇਸ ਫੈਸਲੇ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਕੇਸ ਜ਼ਿਆਦਾ ਵਧੂਗੇ? ਜੀ ਬਿਲਕੁਲ, ਇਹ ਚੀਜ਼ ਦਾ ਇੰਪੈਕਟ ਦੇਖੋ ਸਾਰੀਆਂ ਚੀਜ਼ਾਂ ਦੇ ਉੱਤੇ ਥੋੜਾ ਬਹੁਤ ਆਊਗਾ। ਇਹਨੂੰ ਨਹੀਂ ਅਸੀਂ ਕਰ ਸਕਦੇ ਜਾਂ ਫਿਰ ਅਸੀਂ ਸਿੱਧਾ ਕਹਿ ਲਈਏ ਕਿ ਅਸੀਂ ਨਿੰਦ ਰਹੇ ਹਾਂ, ਉਹ ਵੀ ਗੱਲ ਨਹੀਂ ਹੈ। ਪਰ ਚੀਜ਼ਾਂ ਦੋਵੇਂ ਦੇਖਣੀਆਂ ਪੈਂਦੀਆਂ ਨੇ। ਨਿਊਟਰਲ ਹੋ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਦੋਵੇਂ ਪੱਖਾਂ ਨੂੰ ਵੇਖਣਾ ਪੈਣਾ ਹੈ। ਜੇਕਰ ਹਾਂ ਪੱਖੀ ਇਸ ਚੀਜ਼ ਦਾ ਇੰਪੈਕਟ ਆਉਂਦਾ ਤੇ ਉਹਦਾ ਨਾ ਪੱਖੀ ਵੀ ਇੰਪੈਕਟ ਆਵੇਗਾ, ਇਹ ਵੀ ਮੰਨਣ ਵਾਲੀ ਗੱਲ ਹੈ। ਪਰ ਮਾਣਯੋਗ ਅਦਾਲਤ ਦੇ ਵੱਲੋਂ ਦਿੱਤਾ ਗਿਆ ਫੈਸਲਾ ਤੇ ਇਹਦੀ ਸ਼ਲਾਘਾ ਕਰਨੀ ਬਣਦੀ ਹੈ। ਲੋਕਾਂ ਨੂੰ ਜਿੰਨਾ ਕੁ ਆਪਣੇ ਤੌਰ ਦੇ ਉੱਤੇ ਸਮਾਜਿਕ ਇੱਕ ਗਤੀਵਿਧੀਆਂ ਕਰਦੇ ਹੋਏ ਸਮਝਣਾ ਚਾਹੀਦਾ ਹੈ, ਉਸ ਹਿਸਾਬ ਦੇ ਨਾਲ ਮਾਣਯੋਗ ਅਦਾਲਤ ਦੇ ਉਸ ਬੈਂਚ ਦੇ ਉੱਤੇ ਸਾਰੇ ਜਣੇ ਬੈਠੇ ਹੋਣੇ ਨੇ। ਉਹਦੇ ਵਿੱਚ ਡਾਕਟਰ ਵੀ ਹੋਣੇ ਆ। ਜਿਵੇਂ ਸੀਮਾ ਇਹਦੀ ਕੀਤੀ ਗਈ ਹੈ, ਇੱਕ ਰੱਖੀ ਗਈ ਹੈ ਕਿ 20 ਤੋਂ 24 ਜਿਹੜੇ ਹਫ਼ਤੇ ਰੱਖੇ ਗਏ ਨੇ, ਉਹਨਾਂ ਦੇ ਵਿੱਚ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਆਈਆਂ ਨੇ ਉਹ ਇਹੀ ਨੇ ਕਿ ਬੜਾ ਇਹਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਉਹਨਾਂ ਦੇ ਵੱਲੋਂ ਫੈਸਲਾ ਜਿਹੜਾ ਦਿੱਤਾ ਗਿਆ ਤੇ ਸਾਨੂੰ ਸ਼ਲਾਘਾ ਕਰਨੀ ਬਣਦੀ ਹੈ ਸਾਡੇ ਵੱਲੋਂ ਜੀ। ਜਸਪਾਲ, ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਜਿਹੜਾ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ, ਉਹਨਾਂ ਨੇ ਬਕਾਇਦਾ ਬੈਂਚ ਬਿਠਾਇਆ ਹੋਊਗਾ, ਬਕਾਇਦਾ ਡਾਕਟਰਾਂ ਦੀ ਟੀਮ ਬੈਠੀ ਹੋਏਗੀ, ਜਿਸ ਵੀ ਹਿਸਾਬ ਦੇ ਨਾਲ ਉਹਨਾਂ ਰੱਖਿਆ ਗਿਆ, ਕਿਉਂਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਸਾਡੇ ਸਮਾਜ ਦੇ ਵਿੱਚ ਔਰ ਕਿਸੇ ਨਾ ਕਿਸੇ ਚੀਜ਼ ਨੂੰ ਦੇਖ ਕੇ, ਕਿਸੇ ਅੰਕੜਿਆਂ ਨੂੰ ਦੇਖ ਕੇ ਇਹ ਮਾਣਯੋਗ ਅਦਾਲਤ ਨੇ ਫੈਸਲਾ ਲਿਆ ਹੋਵੇਗਾ। ਪਰ ਜੇਕਰ ਗੱਲ ਕਰੀ ਤਾਂ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਚੰਗਾ ਹੁੰਦਾ ਹੈ ਤੇ ਇੱਕ ਬੁਰਾ ਹੁੰਦਾ ਹੈ। ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਫੈਸਲਾ, ਅਸੀਂ ਕਿਸੇ ਵੀ ਪ੍ਰਕਾਰ ਦੀ ਨਿੰਦਾ ਨਹੀਂ ਕਰਦੇ, ਮਾਣਯੋਗ ਅਦਾਲਤ ਦਾ ਫੈਸਲਾ ਹੈ। ਪਰ ਕਿਤੇ ਨਾ ਕਿਤੇ ਇੱਕ ਫੈਸਲੇ ਦਾ ਚੰਗਾ ਮਾੜਾ ਪ੍ਰਭਾਵ ਇਹ ਸੰਭਵ ਹੈ, ਇਹ ਪੈਂਦਾ ਹੀ ਪੈਂਦਾ ਚੰਗਾ ਮਾੜਾ ਪ੍ਰਭਾਵ। ਜੇਕਰ ਚੰਗੇ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਹੈ, ਕਿਉਂਕਿ ਅਣਚਾਹੀਆਂ ਔਰਤਾਂ ਨੇ, ਮਹਿਲਾਵਾਂ ਨੇ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਦੇ ਨਾਲ ਗਰਭਪਾਤ ਹੋ ਜਾਂਦਾ ਹੈ, ਪਰ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨੂੰ ਅਧਿਕਾਰ ਦੇਣਾ ਪੈਂਦਾ ਹੈ, ਰੱਖਣਾ ਪੈਂਦਾ ਹੈ। ਪਰ ਕਿਤੇ ਨਾ ਕਿਤੇ ਉਹਨਾਂ ਦੀ ਲਾਈਫ ਵੀ ਕਿਹਾ ਜਾਂਦਾ ਕਿ ਡਿਸਟਰੋਏ ਹੋ ਜਾਂਦੀ ਹੈ, ਇੱਕ ਵੱਜ ਜਾਂਦਾ ਹੈ ਜੀਵਨ ਉਹਨਾਂ ਦਾ। ਪਰ ਹੁਣ ਦੇ ਹਿੱਸੇ ਦੇ ਵਿੱਚ ਇਹ ਹੋਏਗਾ ਕਿ ਉਹਨਾਂ ਨੂੰ ਅਜਿਹੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਉਹਨਾਂ ਨੂੰ ਪੂਰਨ ਤੌਰ ਤੇ ਆਜ਼ਾਦੀ ਹੈ, ਉਹ ਜਿਸ ਵੀ ਤਰੀਕੇ ਦੇ ਨਾਲ ਚਾਹੇ ਬੱਚਾ ਰੱਖਣਾ ਹੈ, ਚਾਹੇ ਗਰਭਪਾਤ ਰੱਖਣਾ ਹੈ, ਤੁਸੀਂ ਨਹੀਂ ਰੱਖਣਾ, ਇਹ ਤੁਹਾਡੇ ਉੱਪਰ ਹੈ। ਪਰ ਉਹਦੀ ਸੀਮਾ ਹੈ 20 ਤੋਂ 24 ਹਫ਼ਤਿਆਂ ਦੇ ਵਿੱਚ ਤੁਸੀਂ ਕਰ ਸਕਦੇ ਹੋ। ਪਰ ਉਹ ਵੀ ਇੱਕ ਧਿਆਨ ਦੇ ਨਾਲ ਰੱਖ ਕੇ, ਜਿਹੜਾ ਡਾਕਟਰ ਹੁੰਦਾ ਹੈ ਕੰਸਰਨ ਗਾਇਨਾਕੋਲੋਜਿਸਟ, ਉਹਦੇ ਨਾਲ ਗੱਲਬਾਤ ਕਰਕੇ ਕਿ ਕੀ ਸਥਿਤੀ ਹੈ, ਮੈਡੀਕਲ ਕੰਡੀਸ਼ਨ ਕੀ ਹੈ, ਫਿਰ ਉਸ ਚੀਜ਼ ਨੂੰ ਅੰਜਾਮ ਦੇਣਾ ਚਾਹੀਦਾ। ਪਰ ਦੂਸਰੇ ਪਾਸੇ ਜੇਕਰ ਨੈਗੇਟਿਵਿਟੀ ਦੇਖੀਏ ਤਾਂ ਅੱਜ ਕੱਲ੍ਹ ਸਾਨੂੰ ਵੀ ਪਤਾ ਹੈ ਕਿ ਜਿਹੜਾ ਲਿੰਗ ਅਨੁਪਾਤ ਦਾ ਜਿਹੜਾ ਟੈਸਟ ਹੁੰਦਾ ਹੈ, ਜਿਹਦੇ ਕਰਕੇ ਨਜਾਇਜ਼ ਇਲੀਗਲ ਤਰੀਕੇ ਦੇ ਨਾਲ ਭਰੂਣ ਹੱਤਿਆ ਵੀ ਕੀਤੀ ਜਾਂਦੀ ਹੈ, ਤਾਂ ਉਹ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਸੀ ਵੀ ਜਦੋਂ ਕੋਈ ਕਹਿੰਦਾ ਸੀ ਕਿ ਮੈਂ ਜਿਹੜਾ ਭਰੂਣ ਹੱਤਿਆ ਕਰਵਾਉਣੀ ਆ ਜਾਂ ਗਰਭਪਾਤ ਅਣਚਾਹਿਆ ਮੈਨੂੰ ਨਹੀਂ ਚਾਹੀਦਾ, ਤਾਂ ਪਤਾ ਲੱਗ ਜਾਂਦਾ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਇਹਨੇ ਟੈਸਟ ਕਰਾਇਆ ਹੋਵੇਗਾ ਜਾਂ ਇਹਨੂੰ ਲੜਕੀ ਦਾ ਡਰ ਹੋਵੇਗਾ। ਤਾਂ ਉਹ ਚੀਜ਼ ਮੈਨੂੰ ਲੱਗਦਾ ਕਿ ਉਸ ਚੀਜ਼ ਦੇ ਉੱਪਰ ਹੁਣ ਪ੍ਰਭਾਵ ਪਏਗਾ, ਕਿਉਂਕਿ ਪਹਿਲਾਂ ਤੁਹਾਨੂੰ ਮਨਜ਼ੂਰੀ ਲੈਣੀ ਪੈਂਦੀ ਸੀਗੀ ਇਸ ਕਰਨ ਵਾਸਤੇ, ਹੁਣ ਤਾਂ ਚਲੋ ਲੀਗਲੀ ਹੋ ਗਿਆ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭਰੂਣ ਹੱਤਿਆ ਦੇ ਬਹੁਤ ਸਾਰੇ ਚਾਂਸਸ ਵੀ ਵੱਧ ਜਾਣਗੇ, ਕਿਉਂਕਿ ਅਣਚਾਹਿਆ ਗਰਭਪਾਤ ਜਿਹੜੇ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਤੁਸੀਂ ਹੁਣ ਆਪਣੀ ਮਰਜ਼ੀ ਦੇ ਨਾਲ ਕਰ ਸਕਦੇ ਹੋ। ਪਰ ਹਰੇਕ ਸਿੱਕੇ ਦੇ ਦੋ ਪਹਿਲੂ ਨੇ, ਚੰਗਾ ਮਾੜਾ ਹੈ। ਜੇਕਰ ਇੱਕ ਡਿਸੀਜਨ ਹੈ ਉਹਦਾ ਚੰਗਾ ਵੀ ਰਿਸਪੌਂਸ ਆਉਣਾ ਹੈ ਤੇ ਉਹਦਾ ਮਾੜਾ ਵੀ ਆਉਣਾ ਹੈ, ਇਸ ਤੋਂ ਅਸੀਂ ਕਦੀ ਵੀ ਮੁਨਕਰ ਨਹੀਂ ਹੋ ਸਕਦੇ। ਤੁਸੀਂ ਆਜ਼ਾਦੀ ਦੀ ਗੱਲ ਕੀਤੀ, ਜੇ ਦੇਖਿਆ ਜਾਵੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਵੈਸੇ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁੱਲ੍ਹਾ ਮਹਿਸੂਸ ਕਰਦੀ ਹੈ, ਆਜ਼ਾਦ ਸਮਝਦੇ ਆ ਤੇ ਇਸ ਚੀਜ਼ ਦੇ ਨਾਲ ਉਹਨਾਂ ਨੂੰ ਜ਼ਿਆਦਾ ਆਜ਼ਾਦੀ ਨਹੀਂ ਮਿਲ ਜੇਗੀ, ਕਿਉਂਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਅੱਜ ਕੱਲ੍ਹ ਬਹੁਤ ਸਾਰੀਆਂ ਅਫਵਾਹਾਂ ਕਹਿ ਸਕਦੇ ਆਪਾਂ, ਖਬਰਾਂ ਕਹਿ ਸਕਦੇ ਹਾਂ, ਜਿਹਦੇ ਨਾਲ ਬੱਚਾ ਜਿਹੜੇ ਹੈਗੇ ਆ ਬੱਚਿਆਂ ਤੇ ਉਹਨਾਂ ਤੇ ਕਾਫੀ ਇੰਪੈਕਟ ਪੈਂਦਾ ਹੈ। ਤੇ ਨੌਜਵਾਨ ਪੀੜ੍ਹੀ ਦੇਖੀਏ 18 ਸਾਲ ਤੋਂ ਵੱਧ, ਹਾਲਾਂਕਿ ਉਹ 18 ਸਾਲ ਤੋਂ ਵੱਧ ਤਾਂ ਹੁੰਦੇ ਆ ਪਰ ਹੈ ਤਾਂ ਬੱਚੇ ਹੀ ਆ, ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ। ਤੇ ਕੀ ਇਸ ਫੈਸਲੇ ਨਾਲ ਉਹਨਾਂ ਤੇ ਕੀ ਪ੍ਰਭਾਵ ਪਏਗਾ? ਬਿਲਕੁਲ ਸਿਮਰਨ, ਇਹ ਤੋਂ ਆਪਾਂ ਕਦੀ ਵੀ ਮੁਨਕਰ ਨਹੀਂ ਹੋ ਸਕਦੇ। ਜਿਵੇਂ ਮੈਂ ਕਿਹਾ ਕਿ ਨੈਗੇਟਿਵ ਇਹਦਾ ਪੱਖ ਹੈਗਾ, ਨੈਗੇਟਿਵ ਪ੍ਰਭਾਵ ਜ਼ਰੂਰ ਪਏਗਾ, ਪਰ ਜਿਸ ਤਰੀਕੇ ਦੇ ਨਾਲ ਇੱਕ ਮੈਚਿਓਰਿਟੀ ਲੈਵਲ ਹੁੰਦਾ ਹੈ, ਸਾਨੂੰ ਸਮਝ ਹੁੰਦੀ ਹੈ ਵੀ ਮੈਂ ਕਿਸ ਕੰਮ ਦਾ ਕਰ ਰਿਹਾ ਜਾਂ ਕਿਹੜਾ ਕੰਮ ਕਰ ਰਿਹਾ, ਇਹਦਾ ਨਤੀਜਾ ਕੀ ਹੋਵੇਗਾ, ਉਸ ਮੇਰੇ ਤੇ ਡਿਪੈਂਡ ਕਰਦਾ ਹੈ। ਕਿਉਂਕਿ ਮੈਂ 18 ਸਾਲ ਤੋਂ ਬਾਅਦ ਉੱਪਰ ਹੋ ਚੁੱਕਾ, ਮੈਨੂੰ ਉਸ ਚੀਜ਼ ਦਾ ਹੱਕ ਆ, ਮੇਰੇ 'ਚ ਇੰਨੀ ਮੈਚਿਓਰਿਟੀ ਲੈਵਲ ਹੈਗਾ ਕਿ ਮੈਂ ਸਹੀ ਗਲਤ, ਮਾੜਾ ਬੁਰਾ ਚੰਗਾ ਇਹਦੇ ਬਾਰੇ ਸੋਚ ਸਕਾਂ। ਸੋ ਮੈਨੂੰ ਲੱਗਦਾ ਕਿ ਹੁਣ ਲੋਕਾਂ ਤੇ ਹੈ, ਜੇ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਸਾਨੂੰ ਇਹ ਰਾਈਟਸ ਮਿਲਦੇ ਨੇ, ਮਾਣਯੋਗ ਅਦਾਲਤਾਂ ਰਾਈਟਸ ਬਖਸ਼ਦੀਆਂ ਨੇ, ਤਾਂ ਉਹਦਾ ਸਾਨੂੰ ਕਿਵੇਂ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਅੱਗੇ ਤੋਂ ਸਾਨੂੰ ਇਹੋ ਜਿਹੇ ਅਧਿਕਾਰ ਹੋਰ ਆਜ਼ਾਦੀ ਦੇ ਮਿਲ ਸਕਣ, ਜਿਹਦੇ ਨਾਲ ਹੋਰ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ, ਹੋਰ ਆਪਣੀ ਲਾਈਫ ਦੇ ਵਿੱਚ ਅੱਗੇ ਵਧਣ ਸਕਣ, ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਪਰ ਕਿਤੇ ਨਾ ਕਿਤੇ ਇਹ ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਨੂੰ ਤੇ ਮਰਦਾਂ ਨੂੰ ਇਹ ਧਿਆਨ ਦੇ ਵਿੱਚ ਰੱਖਣਾ ਹੁਣ ਚਾਹੀਦਾ ਕਿ ਤੁਹਾਨੂੰ ਇੰਨਾ ਜਿਹੜੀ ਫਰੀਡਮ ਦੇ ਦਿੱਤੀ ਗਈ ਹੈ, ਪਰ ਇਹ ਸਰੀਰ ਤੁਹਾਡਾ, ਇਹ ਤਨ ਤੁਹਾਡਾ, ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਹੈ ਔਰ ਕੀ ਫੈਸਲਾ ਲੈਣਾ ਹੈ, ਕਿਉਂਕਿ ਤੁਸੀਂ ਮੈਚਿਓਰ ਹੋ ਔਰ ਆਲਰੇਡੀ ਮੈਚਿਓਰ ਹੋ। ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਹੁਣ ਫੈਸਲਾ ਕੀ ਲੈਣਾ ਹੈ, ਆਪਣੀ ਲਾਈਫ ਨੂੰ ਕਿਸ ਤਰੀਕੇ
ਤਰੀਕੇ ਦੇ ਨਾਲ ਕਿਸ ਪੈ ਤੇ ਲੈ ਕੇ ਜਾਣਾ ਹੈ, ਚੰਗੇ ਮਾੜੇ ਵੱਲ ਧਕੇਲਣਾ ਹੈ ਜਾਂ ਫਿਰ ਇਸ ਨੂੰ ਵਧੀਆ ਢੰਗ ਦੇ ਨਾਲ ਇਸ ਨੂੰ ਯੂਜ਼ ਕਰਨਾ। ਸੋ ਆਪਣੇ ਉੱਪਰ ਹੁੰਦਾ ਵੀ ਇਹ ਫੈਸਲਾ ਤਾਂ ਸੁਣਾ ਦਿੱਤਾ, ਹੁਣ ਇਹਨੂੰ ਚੰਗੇ ਪੱਖ ਦੇ ਉੱਪਰ ਲੈਣਾ ਕਿ ਮਾੜੇ ਪੱਖ ਦੇ ਉੱਪਰ ਲੈਣਾ, ਇਹ ਉਹਨਾਂ ਦੇ ਉੱਪਰ ਹੈ। ਉਹ ਜਿੰਨੀ ਕੁ ਜਿਹਨੂੰ ਸਮਝ ਹੋਏਗੀ, ਜਿੰਨੀ ਕੁ ਮੈਚਿਓਰਿਟੀ ਅਗਲੇ ਦੇ ਵਿੱਚ ਹੋਏਗੀ, ਉਸੇ ਹਿਸਾਬ ਦੇ ਨਾਲ ਉਹਦਾ ਇਸਤੇਮਾਲ ਕਰ ਲਏਗਾ। ਜੀ ਬਿਲਕੁਲ, ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ। ਸੋ ਤੁਸੀਂ ਸੁਣਿਆ ਕਿ ਜੋ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ, ਨਿਊਜ਼ ਰੂਮ ਦੇ ਵਿੱਚ ਸਾਡੇ ਸਾਰੇ ਸਹਿਯੋਗੀਆਂ ਦੇ ਵੱਲੋਂ ਇਹ ਜਾਣਕਾਰੀ ਦੇ ਦਿੱਤੀ ਗਈ ਹੈ, ਆਪਣੇ ਰਾਏ ਸਾਂਝੀ ਕੀਤੀ ਗਈ ਹੈ। ਤੇ ਤੁਸੀਂ ਇਸ ਫੈਸਲੇ ਨੂੰ ਮਾਣਯੋਗ ਅਦਾਲਤ ਦੇ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ, ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੇ ਵਧੇਰੀ ਜਾਣਕਾਰੀ ਲਈ ਜੁੜੇ ਰਹੋ ਦ ਟੀਵੀ NRI ਦੇ ਨਾਲ। ਤਾਂਤਰਿਕ ਵਿਦਿਆ ਦੇ ਸਮਰਾਟ ਮੀਆਂ ਸੁਲੇਮਾਨ ਜੀ। ਤਕਦੀਰ ਕਦੋਂ ਬਦਲੇਗੀ, ਸਮੱਸਿਆ ਕੋਈ ਵੀ ਹੋਵੇ 100% ਗਰੰਟੀ ਨਾਲ ਜੜ ਤੋਂ ਖਤਮ ਕਰਾਂਗੇ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਪਤਾ ਭੋਗਪੁਰ ਪੰਜਾਬ। ਹੁਣੇ ਕਾਲ ਕਰੋ 98728 92106। ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਲਵ ਮੈਰਿਜ, ਤਲਾਕ ਕੇਸ, ਕਰਜ਼ਾ ਮੁਕਤੀ, ਇਮੀਗ੍ਰੇਸ਼ਨ ਮਸਲੇ, ਜ਼ਮੀਨੀ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਸ਼ੀਕਰਨ, ਬੁਰੇ ਸੁਪਨੇ, ਲਾਟਰੀ, ਪਤੀ ਪਤਨੀ 'ਚ ਝਗੜਾ, ਵਿਦੇਸ਼ 'ਚ ਪੱਕਾ ਹੋਣਾ, ਨਸ਼ਾ ਜਾਂ ਬੁਰੀ ਸੰਗਤ ਛਡਵਾਉਣਾ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ। ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਹੁਣੇ ਕਾਲ ਕਰੋ 98784 31471। ਆਪਣੀ ਹਰ ਤਰ੍ਹਾਂ ਦੀ ਮੁਸ਼ਕਲ ਅਤੇ ਸਮੱਸਿਆ ਦਾ ਘਰ ਬੈਠੇ ਹੱਲ ਕਰਵਾਓ।